ਆਪਣੀ ਜੋ ਪ੍ਰੈਜ਼ੈਂਟ ਸੀਰੀਜ਼ ਚੱਲ ਰਹੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਕਿ ਇੰਗਲਿਸ਼ ਦੇ ਜਿਹੜੇ ਲੈਟਰਸ ਨੇ ਉਹਨਾਂ ਦੀਆਂ ਕਿਹੜੀਆਂ-ਕਿਹੜੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਉਹਨਾਂ ਦੇ ਸੰਬੰਧਿਤ ਕਿਹੜੇ-ਕਿਹੜੇ ਰੂਲਸ ਨੇ। ਮਤਲਬ ਕਦੋਂ ਆਪਾਂ ਕਿਹੜੀ ਆਵਾਜ਼ ਕੱਢਣੀ ਆ। ਜਿਵੇਂ ਅੱਜ ਆਪਾਂ ਲੈਟਰ ਐਸ ਦੀ ਗੱਲ ਕਰ ਰਹੇ ਹਾਂ। ਹੁਣ ਲੈਟਰ ਐਸ ਦੀਆਂ 3 ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ। ਸ ਦੀ ਆਵਾਜ਼ ਆਉਂਦੀ ਆ, ਸੱਸੇ ਦੀ ਆਵਾਜ਼ ਆਉਂਦੀ ਆ, ਸ਼ ਦੀ ਆਵਾਜ਼ ਆਉਂਦੀ ਆ, ਜ਼ ਦੀ ਆਵਾਜ਼ ਆਉਂਦੀ ਆ। ਜੱਜੇ ਦੀ ਆਵਾਜ਼ ਨਹੀਂ ਮੈਂ ਕਹਿ ਰਿਹਾ, ਜ਼ ਦੀ ਆਵਾਜ਼। ਜੱਜੇ ਪੈਰ ਬਿੰਦੀ ਜ਼ ਬੋਲਦੇ ਆ, ਉਹਨੂੰ ਜ ਨਹੀਂ ਬੋਲਦੇ। ਜੇ ਤੁਸੀਂ ਜ ਬੋਲਦੇ ਹੋ ਤਾਂ ਉਹ ਗਲਤ ਹੈ। ਹੁਣ ਮੈਂ ਤੁਹਾਨੂੰ ਦੱਸੂਗਾ ਕਿ ਕਿੱਥੇ ਆਪਾਂ ਸ ਬੋਲਣਾ ਹੈ, ਕਿੱਥੇ ਸ਼ ਬੋਲਣਾ ਹੈ, ਕਿੱਥੇ ਆਪਾਂ ਜ਼ ਬੋਲਣਾ ਹੈ। ਤੋ ਜਿਹੜੇ ਸਾਰੇ ਰੂਲਸ ਆ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਇਸ ਤੋਂ ਪੁਰਾਣੀਆਂ ਜੇ ਤੁਸੀਂ ਵੀਡੀਓਜ਼ ਦੇਖਣਾ ਚਾਹੁੰਦੇ ਆ ਤਾਂ ਇਸ ਵੀਡੀਓ ਦੇ ਐਂਡ ਉੱਤੇ ਮੈਂ ਪਲੇਲਿਸਟ ਸ਼ੇਅਰ ਕਰ ਦੂੰਗਾ, ਡਿਸਕ੍ਰਿਪਸ਼ਨ ਵਿੱਚ ਵੀ ਮੈਂ ਪਾ ਦੂੰਗਾ ਉਹ, ਤੇ ਉੱਥੇ ਜਾ ਕੇ ਤੁਸੀਂ ਪੁਰਾਣੀਆਂ ਵੀਡੀਓਜ਼ ਵੀ ਸਾਰੀਆਂ ਦੇਖ ਸਕਦੇ ਹੋ। ਹੁਣ ਸਭ ਤੋਂ ਪਹਿਲਾਂ ਆਪਾਂ ਪਹਿਲੇ ਰੂਲ ਦੀ ਗੱਲ ਕਰਦੇ ਹਾਂ, ਸ ਦੀ ਸਾਊਂਡ। ਸ ਦੀ ਸਾਊਂਡ ਕਦੋਂ ਆਉਂਦੀ ਆ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ। ਇਫ ਦੇਅਰ ਇਜ਼ ਨੋ ਵਾਊਲ ਸਾਊਂਡ, ਹੁਣ ਮੈਂ ਵਾਊਲ ਕਹਿ ਰਿਹਾ, ਵਾਵਲ ਨਹੀਂ ਕਹਿ ਰਿਹਾ। ਆਪਾਂ ਆਮ ਤੌਰ ਉੱਤੇ ਵਾਵਲ ਕਹਿ ਦਿੰਦੇ ਹਾਂ, ਬਟ ਇਸ ਦੀ ਜਿਹੜੀ ਸਹੀ ਹੈ ਵਰਡ ਦੀ ਪ੍ਰੋਨਾਂਸੀਏਸ਼ਨ ਹੈਗੀ ਆ ਉਹ ਵਾਊਲ ਹੈ, ਤਾਂ ਆਪਾਂ ਵਾਊਲ ਕਵਾਂਗੇ। ਇਫ ਦੇਅਰ ਇਜ਼ ਨੋ ਵਾਊਲ ਸਾਊਂਡ, ਜਾਂ ਫਿਰ ਓਨਲੀ ਵਨ ਵਾਊਲ ਸਾਊਂਡ ਬਿਫੋਰ ਐਂਡ ਆਫਟਰ ਦ ਲੈਟਰ ਐਸ। ਜੇ ਕਿਸੇ ਵਰਡ ਵਿੱਚ ਲੈਟਰ ਐਸ ਲਿਖਿਆ ਹੈਗਾ ਹੈ ਤੇ ਉਸ ਦੇ ਅੱਗੇ ਤੇ ਪਿੱਛੇ, ਹੁਣ ਉਹਦੇ ਅੱਗੇ ਪਿੱਛੇ 2 ਲੈਟਰ ਲਿਖੇ ਹੋਣਗੇ। ਇੱਥੇ ਰੂਲ ਕੀ ਕਹਿੰਦਾ ਹੈ ਕਿ ਉਹ ਜਿਹੜੇ 2 ਲੈਟਰ ਲਿਖੇ ਹੋਣਗੇ ਉਹਨਾਂ ਵਿੱਚੋਂ ਜਾਂ ਤਾਂ ਕੋਈ ਵੀ ਵਾਊਲ ਨਾ ਹੋਵੇ ਜਾਂ ਸਿਰਫ ਇੱਕੋ ਵਾਊਲ ਹੋਵੇ, ਤਾਂ ਆਪਾਂ ਐਸ ਨੂੰ ਸ ਬੋਲਾਂਗੇ। ਜਾਂ ਤਾਂ ਕੋਈ ਵੀ ਵਾਊਲ ਨਾ ਹੋਵੇ, ਦੋਵੇਂ ਹੀ ਵਾਊਲ ਨਾ ਹੋਣ, ਦੋਵੇਂ ਹੀ ਕੌਨਸੋਨੈਂਟ ਹੋਣ, ਜਾਂ ਫਿਰ ਸਿਰਫ ਇੱਕੋ ਵਾਊਲ ਹੋਵੇ ਤਾਂ ਆਪਾਂ ਐਸ ਨੂੰ ਸ ਬੋਲਾਂਗੇ। ਜਿਵੇਂ ਅਸਾਈਨ। ਹੁਣ ਅਸਾਈਨ ਵਿੱਚ ਕੀ ਹੋ ਰਿਹਾ ਹੈ, 2 ਐਸ ਲਿਖੀਆਂ ਹੋਈਆਂ ਨੇ। ਪਹਿਲੀ ਐਸ ਦੀ ਗੱਲ ਕਰਦੇ ਹਾਂ ਆਪਾਂ, ਦੂਸਰੀ ਨੂੰ ਇਗਨੋਰ ਕਰਦੇ ਹਾਂ ਫਿਲਹਾਲ। ਹੁਣ ਜਿਹੜੀ ਪਹਿਲੀ ਐਸ ਆ ਉਹਦੇ ਅੱਗੇ ਏ ਲਿਖੀ ਹੋਈ ਆ ਜੋ ਕਿ ਆਪਣੀ ਵਾਊਲ ਸਾਊਂਡ ਹੈ, ਤੇ ਪਿੱਛੇ ਐਸ ਲਿਖੀ ਹੋਈ ਆ ਜੋ ਆਪਣੀ ਕੌਨਸੋਨੈਂਟ ਸਾਊਂਡ ਹੈ। ਹੁਣ ਆਪਣਾ ਰੂਲ ਕਹਿੰਦਾ ਜੇ ਸਿਰਫ ਇੱਕੋ ਵਾਊਲ ਸਾਊਂਡ ਹੁੰਦੀ ਹੈ ਅੱਗੇ ਪਿੱਛੇ ਤਾਂ ਆਪਾਂ ਸ ਬੋਲਾਂਗੇ, ਤਾਂ ਆਪਾਂ ਇਸ ਨੂੰ ਸ ਬੋਲ ਰਹੇ ਹਾਂ। ਹੁਣ ਜੇ ਆਪਾਂ ਦੂਸਰੀ ਐਸ ਦੀ ਗੱਲ ਕਰੀਏ, ਉਹਦੇ ਅੱਗੇ ਐਸ ਲਿਖੀ ਹੋਈ ਆ ਤੇ ਪਿੱਛੇ ਆਈ ਲਿਖੀ ਹੋਈ ਆ। ਐਸ ਤੇ ਆਈ ਵਿੱਚ ਸਿਰਫ ਇੱਕ ਵਾਊਲ ਸਾਊਂਡ ਆ ਆਈ ਦੀ, ਤਾਂ ਆਪਾਂ ਇੱਥੇ ਇਹਨੂੰ ਵੀ ਐਸ ਬੋਲ ਰਹੇ ਹਾਂ। ਤਾਂ ਮਤਲਬ ਆਪਣਾ ਜਿਹੜਾ ਰੂਲ ਸੀਗਾ ਉਹ ਫੋਲੋ ਹੋ ਰਿਹਾ। ਤਾਂ ਆਪਾਂ ਦੋਵਾਂ ਜਿਹੜੀਆਂ ਐਸ ਲਿਖੀਆਂ ਹੋਈਆਂ ਦੋਵਾਂ ਨੂੰ ਆਪਾਂ ਸ ਹੀ ਬੋਲ ਰਹੇ ਹਾਂ, ਅਸਾਈਨ ਬੋਲਾਂਗੇ। ਉਸ ਤੋਂ ਬਾਅਦ ਸਟੇਜ। ਹੁਣ ਸਟੇਜ ਵਿੱਚ ਕੀ ਹੋ ਰਿਹਾ ਹੈ, ਐਸ ਲਿਖੀ ਹੋਈ ਹੈ, ਅੱਗੇ ਕੋਈ ਸਾਊਂਡ ਨਹੀਂ ਆ ਰਹੀ ਕਿਉਂਕਿ ਅੱਗੇ ਕੋਈ ਲੈਟਰ ਨਹੀਂ ਲਿਖਿਆ ਹੋਇਆ, ਤੇ ਪਿੱਛੇ ਟੀ ਲਿਖੀ ਹੋਈ ਆ। ਟੀ ਇੱਕ ਕੌਨਸੋਨੈਂਟ ਸਾਊਂਡ ਹੈ, ਮਤਲਬ ਕੋਈ ਵਾਊਲ ਸਾਊਂਡ ਨਹੀਂ ਆ ਰਹੀ, ਨਾ ਅੱਗੇ ਕੋਈ ਵਾਊਲ ਸਾਊਂਡ ਆ ਨਾ ਪਿੱਛੇ ਕੋਈ ਵਾਊਲ ਸਾਊਂਡ ਆ। ਤਾਂ ਜੇ ਕੋਈ ਵੀ ਵਾਊਲ ਸਾਊਂਡ ਨਾ ਹੋਵੇ ਅੱਗੇ ਪਿੱਛੇ ਤਾਂ ਵੀ ਆਪਾਂ ਸ ਬੋਲਦੇ ਹਾਂ, ਤਾਂ ਆਪਾਂ ਸਟੇਜ ਬੋਲਾਂਗੇ। ਉਸ ਤੋਂ ਬਾਅਦ ਡਿਸਗਾਈਜ਼। ਡਿਸਗਾਈਜ਼। ਹੁਣ ਜਿਹੜੀ ਪਹਿਲੀ ਐਸ ਆ ਉਹਦੀ ਤਾਂ ਮੈਂ ਆਵਾਜ਼ ਕੱਢ ਰਿਹਾ ਸ ਦੀ, ਜਿਹੜੀ ਦੂਸਰੀ ਐਸ ਆ ਉਹਨੂੰ ਮੈਂ ਜ਼ ਬੋਲ ਰਿਹਾ। ਹੁਣ ਜਿਹੜੀ ਦੂਸਰੀ ਐਸ ਦਾ ਰੂਲ ਉਹ ਆਪਾਂ ਅੱਗੇ ਸਮਝਾਂਗੇ, ਪਹਿਲੀ ਦਾ ਸਮਝਦੇ ਹਾਂ ਸਿਰਫ, ਠੀਕ ਹੈ। ਹੁਣ ਪਹਿਲੀ ਜਿਹੜੀ ਐਸ ਲਿਖੀ ਹੋਈ ਆ ਉਹਨੂੰ ਆਪਾਂ ਸ ਬੋਲ ਰਹੇ ਹਾਂ। ਕਿਉਂ ਬੋਲ ਰਹੇ ਹਾਂ, ਕਿਉਂਕਿ ਅੱਗੇ ਆਈ ਲਿਖੀ ਹੋਈ ਆ, ਪਿੱਛੇ ਜੀ ਲਿਖੀ ਹੋਈ ਆ। ਅਗਲੀ ਜਿਹੜੀ ਸਾਊਂਡ ਆ ਆਈ ਦੀ ਸਾਊਂਡ ਹੈ ਉਹ ਕੀ ਆ, ਵਾਊਲ ਸਾਊਂਡ ਹੈ, ਪਰ ਜਿਹੜੀ ਪਿਛਲੀ ਸਾਊਂਡ ਹੈ ਉਹ ਕੌਨਸੋਨੈਂਟ ਸਾਊਂਡ ਆ। ਤੇ ਜੇ ਸਿਰਫ ਇੱਕੋ ਦੋਵਾਂ ਲੈਟਰਸ ਵਿੱਚੋਂ ਇੱਕੋ ਵਾਊਲ ਸਾਊਂਡ ਆਉਂਦੀ ਹੋਵੇ ਤਾਂ ਵੀ ਆਪਾਂ ਸ ਬੋਲਦੇ ਹਾਂ, ਇਹ ਆਪਣਾ ਰੂਲ ਕਹਿੰਦਾ ਹੈ। ਤਾਂ ਇੱਥੇ ਵੀ ਆਪਾਂ ਡਿਸਗਾਈਜ਼ ਬੋਲਾਂਗੇ। ਉਸ ਤੋਂ ਬਾਅਦ ਸਟਾਇਰ। ਸਟਾਇਰ। ਹੁਣ ਐਸ ਲਿਖੀ ਹੋਈ ਆ, ਅੱਗੇ ਕੁਛ ਨਹੀਂ ਲਿਖਿਆ ਹੋਇਆ, ਤਾਂ ਮਤਲਬ ਉਹ ਆਪਣਾ ਕੋਈ ਸਾਊਂਡ ਨਹੀਂ ਹੈਗੀ ਉੱਥੇ, ਤੇ ਪਿੱਛੇ ਏ ਦੀ ਸਾਊਂਡ ਆ ਰਹੀ ਆ, ਤੇ ਏ ਦੀ ਸਾਊਂਡ ਕੀ ਆ, ਵਾਊਲ ਸਾਊਂਡ ਆ, ਮਤਲਬ ਇੱਕ ਵਾਊਲ ਸਾਊਂਡ ਆ ਰਹੀ ਆ। ਤੇ ਜੇ ਇੱਕ ਜਾਂ 0 ਵਾਊਲ ਸਾਊਂਡ ਆਉਂਦੀ ਹੋਵੇ ਅੱਗੇ ਪਿੱਛੇ ਤਾਂ ਆਪਾਂ ਸ ਬੋਲਦੇ ਹਾਂ। ਤਾਂ ਆਪਾਂ ਇਸ ਨੂੰ ਕੀ ਬੋਲਾਂਗੇ, ਸਟਾਇਰ। ਹੁਣ ਮੈਂ ਇਸ ਨੂੰ ਸਟਾਇਰ ਕਹਿ ਰਿਹਾ, ਮੈਂ ਸਟਾਇਰ ਕਿਉਂ ਨਹੀਂ ਕਹਿ ਰਿਹਾ, ਕਿਉਂਕਿ ਜਿਹੜੀ ਬ੍ਰਿਟਿਸ਼ ਇੰਗਲਿਸ਼ ਹੈਗੀ ਆ, ਤੇ ਬ੍ਰਿਟਿਸ਼ ਇੰਗਲਿਸ਼ ਜਿਹੜੀ ਹੈਗੀ ਆ ਉਹ ਇੰਡੀਆ ਵਿੱਚ ਵੀ ਬੋਲੀ ਜਾਂਦੀ ਆ। ਇਹਦੇ ਵਿੱਚ ਕੀ ਹੁੰਦਾ ਕਿ ਜੇ ਲਾਸਟ ਸਾਊਂਡ ਕਿਸੇ ਵੀ ਵਰਡ ਦੀ ਆਰ ਹੋਵੇ ਤਾਂ ਆਪਾਂ ਉਹਨੂੰ ਬੋਲਦੇ ਨਹੀਂ। ਹੁਣ ਲਾਸਟ ਵਿੱਚ ਆਰ ਹੀ ਲਿਖਿਆ ਹੋਇਆ ਵਾ, ਐਂਡ ਉੱਤੇ ਈ ਲਿਖੀ ਹੋਵੇ ਉਹਦੀ ਕੋਈ ਆਵਾਜ਼ ਨਹੀਂ ਆਉਂਦੀ, ਉਹ ਤਾਂ ਆਪਾਂ ਨੂੰ ਪਤਾ ਹੀ ਆ। ਸਟਾਇਰ। ਪਿੱਛੇ ਐਂਡ ਉੱਤੇ ਰ ਦੀ ਆਵਾਜ਼ ਆ ਰਹੀ ਹੈ, ਮਤਲਬ ਜੇ ਐਂਡ ਉੱਤੇ ਰ ਦੀ ਆਵਾਜ਼ ਹੋਵੇ ਤਾਂ ਵੀ ਆਪਾਂ ਉਹਨੂੰ ਨਹੀਂ ਬੋਲਦੇ। ਈ ਨੂੰ ਤਾਂ ਬੋਲਣਾ ਹੀ ਨਹੀਂ ਹੈਗਾ। ਆਰ ਦੀ ਆਵਾਜ਼ ਹੋਵੇ, ਰ ਦੀ ਆਵਾਜ਼ ਹੋਵੇ, ਉਹ ਵੀ ਨਹੀਂ ਬੋਲਦੇ ਆਪਾਂ ਬ੍ਰਿਟਿਸ਼ ਇੰਗਲਿਸ਼ ਵਿੱਚ, ਤਾਂ ਆਪਾਂ ਇਸ ਨੂੰ ਸਿੱਧਾ ਸਟਾਇਰ ਕਹਿੰਦੇ ਹਾਂ। ਪਰ ਜੇ ਆਪਾਂ ਅਮਰੀਕਨ ਇੰਗਲਿਸ਼ ਦੀ ਗੱਲ ਕਰੀਏ ਉਹਦੇ ਵਿੱਚ ਤੁਸੀਂ ਸਟਾਇਰ ਬੋਲ ਸਕਦੇ ਹੋ। ਸੋ ਜੇ ਤੁਸੀਂ ਸਟਾਇਰ ਕਹਿੰਦੇ ਹੋ ਜਾਂ ਸਟਾਇਰ ਕਹਿੰਦੇ ਹੋ, ਦੋਵੇਂ ਸਹੀ ਹੈ, ਤੁਸੀਂ ਗਲਤ ਨਹੀਂ ਹੈਗੇ। ਪਰ ਫਿਰ ਵੀ ਮੇਰਾ ਫਰਜ਼ ਬਣਦਾ ਹੈਗਾ ਕਿ ਤੁਹਾਨੂੰ ਸਹੀ ਰੂਲ ਦੱਸਾਂ, ਤਾਂ ਮੈਂ ਦੱਸ ਰਿਹਾ।
ਹੁਣ ਉਸ ਤੋਂ ਬਾਅਦ ਆਪਣਾ ਸੈਕੰਡ ਰੂਲ ਕੀ ਹੈ, ਸ਼ ਦੀ ਸਾਊਂਡ, ਕਿ ਸ਼ ਦੀ ਸਾਊਂਡ ਕਦੋਂ ਆਉਂਦੀ ਆ। ਸ਼ ਦੀ ਸਾਊਂਡ ਦਾ ਰੂਲ ਬੜਾ ਸਿੰਪਲ ਜਿਹਾ ਰੂਲ ਹੈ ਕਿ ਐਸ ਦੇ ਪਿੱਛੇ ਐਚ ਲਿਖੀ ਹੋਵੇ ਤਾਂ ਸ਼ ਦੀ ਸਾਊਂਡ ਆ ਜਾਂਦੀ ਹੈ। ਜਿਵੇਂ ਸ਼ਿਪ, ਫਿਰ ਸ਼ੋਰ। ਹੁਣ ਸ਼ੋਰ ਜਿਹੜਾ ਹੈਗਾ ਉਹ ਅਮਰੀਕਨ ਪ੍ਰੋਨਾਂਸੀਏਸ਼ਨ ਆ, ਪਰ ਬ੍ਰਿਟਿਸ਼ ਪ੍ਰੋਨਾਂਸੀਏਸ਼ਨ ਫਿਰ ਇਸ ਦੀ ਕੀ ਹੋਊਗੀ, ਸ਼ੋ। ਸ਼ੋ ਰ ਨਹੀਂ ਬੋਲਾਂਗੇ ਕਿਉਂਕਿ ਉਹ ਵਰਡ ਦੀ ਲਾਸਟ ਸਾਊਂਡ ਆ। ਲਾਸਟ ਵਿੱਚ ਰ ਦੀ ਸਾਊਂਡ ਆਉਂਦੀ ਆ, ਬੋਲਣੀ ਨਹੀਂ ਹੈਗੀ ਬ੍ਰਿਟਿਸ਼ ਪ੍ਰੋਨਾਂਸੀਏਸ਼ਨ ਵਿੱਚ, ਇੰਡੀਅਨ ਪ੍ਰੋਨਾਂਸੀਏਸ਼ਨ ਵਿੱਚ ਬੋਲੋਗੇ ਵੀ ਕੋਈ ਦਿੱਕਤ ਨਹੀਂ ਹੈਗੀ। ਉਸ ਤੋਂ ਬਾਅਦ ਸ਼ੈਲੋ, ਸ਼ੈਲੋ। ਅਤੇ ਲਾਸਟਲੀ ਆਪਣਾ ਕੀ ਆ, ਸ਼ੌਪ। ਸਾਰਿਆਂ ਵਿੱਚ ਐਸ ਦੇ ਪਿੱਛੇ ਐਚ ਲਿਖੀ ਹੋਈ ਆ ਤਾਂ ਆਪਾਂ ਸ਼ ਦੀ ਆਵਾਜ਼ ਕੱਢ ਰਹੇ ਹਾਂ। ਹੁਣ ਆਪਣੀ ਜਿਹੜੀ ਲਾਸਟ ਸਾਊਂਡ ਆ ਉਹ ਕਿਹੜੀ ਆ, ਜ਼ ਦੀ ਸਾਊਂਡ ਆ। ਹੁਣ ਜ਼ ਦੀ ਸਾਊਂਡ ਕਿੱਥੇ ਆਉਂਦੀ ਆ ਉਹ ਮੈਂ ਤੁਹਾਨੂੰ ਦੱਸਦਾ। ਇਹਦੇ ਦੋ ਰੂਲਸ ਨੇ, ਮੈਂ ਦੋਵੇਂ ਤੁਹਾਨੂੰ ਇੱਕ ਇੱਕ ਕਰਕੇ ਸ਼ੇਅਰ ਕਰ ਦਿੰਦਾ। ਹੁਣ ਜਦੋਂ ਆਪਾਂ ਜ਼ ਦੀ ਆਵਾਜ਼ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕੀ ਆ, ਇਫ ਦੇਅਰ ਇਜ਼ ਏ ਵਾਊਲ ਸਾਊਂਡ ਬਿਫੋਰ ਐਂਡ ਆਫਟਰ ਐਸ। ਪਹਿਲਾਂ ਕੀ ਸੀਗਾ, ਸੱਸੇ ਦੀ ਸਾਊਂਡ ਦੀ ਜਦੋਂ ਆਪਾਂ ਗੱਲ ਕਰ ਰਹੇ ਸੀਗੇ, ਐਸ ਦੇ ਅੱਗੇ ਪਿੱਛੇ ਜਾਂ ਤਾਂ ਕੋਈ ਵਾਊਲ ਸਾਊਂਡ ਨਾ ਹੋਵੇ ਜਾਂ ਸਿਰਫ ਇੱਕੋ ਵਾਊਲ ਸਾਊਂਡ ਹੋਵੇ ਤਾਂ ਸ ਦੀ ਆਵਾਜ਼ ਆਪਾਂ ਕੱਢਦੇ ਸੀ। ਹੁਣ ਕੀ ਆ, ਐਸ ਦੇ ਅੱਗੇ ਪਿੱਛੇ ਦੋਵੇਂ ਥਾਵਾਂ ਉੱਤੇ ਵਾਊਲ ਸਾਊਂਡ ਹੋਣੀ ਚਾਹੀਦੀ ਆ ਤਾਂ ਆਪਾਂ ਜ਼ ਦੀ ਆਵਾਜ਼ ਕੱਢਾਂਗੇ। ਅੱਗੇ ਵੀ ਵਾਊਲ ਸਾਊਂਡ, ਪਿੱਛੇ ਵੀ ਵਾਊਲ ਸਾਊਂਡ ਹੋਣੀ ਚਾਹੀਦੀ ਹੈ। ਕਿਵੇਂ, ਮੈਂ ਤੁਹਾਨੂੰ ਦਿਖਾ ਦਿੰਦਾ। ਜਿਵੇਂ ਵਾਈਜ਼। ਹੁਣ ਵਾਈਜ਼ ਵਿੱਚ ਕੀ ਆ, ਐਸ ਦੇ ਅੱਗੇ ਆਈ ਆ ਰਹੀ ਆ, ਪਿੱਛੇ ਈ ਆ ਰਹੀ ਆ, ਦੋਵੇਂ ਵਾਊਲ ਸਾਊਂਡਸ ਨੇ, ਵਾਈਜ਼ ਬੋਲਾਂਗੇ ਆਪਾਂ, ਜ਼ ਬੋਲਾਂਗੇ। ਉਸ ਤੋਂ ਬਾਅਦ ਰਾਈਜ਼, ਰਾਈਜ਼, ਰਾਈਸ ਜੇ ਤੁਸੀਂ ਬੋਲਦੇ ਹੋ ਉਹ ਅਮਰੀਕਨ ਪ੍ਰੋਨਾਂਸੀਏਸ਼ਨ ਵਿੱਚ ਸਹੀ ਹੈ, ਕਿਉਂਕਿ ਅਮਰੀਕਨ ਇੰਗਲਿਸ਼ ਦਾ ਕੀ ਹਿਸਾਬ ਕਿਤਾਬ ਹੈਗਾ ਕਿ ਜੋ ਲਿਖਿਆ ਹੈਗਾ ਉਹ ਬੋਲਣਾ ਹੈ। RISE ਲਿਖਿਆ ਹੈ ਤਾਂ ਰਾਈਸ ਬੋਲਿਆ ਜਾਊਗਾ, ਐਸ ਬੋਲੀ ਜਾਊਗੀ। ਬਟ ਬ੍ਰਿਟਿਸ਼ ਇੰਗਲਿਸ਼ ਆ ਜਿਹੜੀ, ਇੰਡੀਅਨ ਆਪਣੀ ਇੰਗਲਿਸ਼ ਹੈਗੀ, ਉਹਦੇ ਵਿੱਚ ਇੱਦਾਂ ਨਹੀਂ ਹੈਗੇ। ਉਹਦੇ ਵਿੱਚ ਰੂਲਸ ਫੋਲੋ ਕੀਤੇ ਜਾਂਦੇ ਨੇ ਕਿ ਕਿੱਥੇ ਸ ਬੋਲਣਾ, ਕਿੱਥੇ ਜ਼ ਬੋਲਣਾ। ਤਾਂ ਉਹ ਮੈਂ ਤੁਹਾਨੂੰ ਸਿਖਾ ਰਿਹਾ ਕਿ ਹੁਣ ਇਹਦੇ ਵਿੱਚ ਵੀ ਕੀ ਆ, ਐਸ ਦੇ ਅੱਗੇ ਆਈ ਦੀ ਆਵਾਜ਼ ਆ ਰਹੀ ਆ, ਪਿੱਛੇ ਈ ਦੀ ਆਵਾਜ਼ ਆ ਰਹੀ ਹੈ, ਦੋਵੇਂ ਵਾਊਲ ਸਾਊਂਡਸ ਨੇ ਤਾਂ ਆਪਾਂ ਰਾਈਜ਼ ਬੋਲਾਂਗੇ। ਉਸ ਤੋਂ ਬਾਅਦ ਨੋਆਇਜ਼, ਨੋਆਇਜ਼। ਐਸ ਦੇ ਅੱਗੇ ਆਈ, ਪਿੱਛੇ ਈ, ਦੋਵੇਂ ਵਾਊਲ ਸਾਊਂਡਸ ਨੇ ਤਾਂ ਆਪਾਂ ਜ਼ ਬੋਲਾਂਗੇ। ਫਿਰ ਲਾਸਟ ਈਜ਼ੀ, ਈਜ਼ੀ। ਹੁਣ ਐਸ ਦੇ ਅੱਗੇ ਏ ਆ ਰਹੀ ਹੈ ਜੋ ਕਿ ਇੱਕ ਵਾਊਲ ਸਾਊਂਡ ਹੈ। ਹੁਣ ਤੁਸੀਂ ਕਹੋਗੇ ਕਿ ਪਿੱਛੇ ਤਾਂ ਵਾਈ ਲਿਖੀ ਆ ਰਹੀ ਹੈ, ਵਾਈ ਤਾਂ ਵਾਊਲ ਸਾਊਂਡ ਹੈ ਨਹੀਂ ਗੀ। ਬਟ ਜੇ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓਜ਼ ਦੇਖੀਆਂ ਨੇ ਤਾਂ ਤੁਹਾਨੂੰ ਪਤਾ ਹੋਊਗਾ ਕਿ ਵਾਈ ਜਦੋਂ ਕਿਸੇ ਵਰਡ ਦੇ ਐਂਡ ਉੱਤੇ ਲਿਖਿਆ ਜਾਵੇ ਤਾਂ ਉਹਦੇ ਤੋਂ ਈ ਦੀ ਸਾਊਂਡ ਆਉਂਦੀ ਹੈ, ਅਤੇ ਜਿਹੜੀ ਈ ਦੀ ਆਪਣੀ ਸਾਊਂਡ ਹੁੰਦੀ ਆ ਉਹ ਕੀ ਹੁੰਦੀ ਆ, ਵਾਊਲ ਸਾਊਂਡ ਹੁੰਦੀ ਆ। ਤਾਂ ਇੱਥੇ ਦੋਵੇਂ ਵਾਊਲ ਸਾਊਂਡਸ ਹੀ ਨੇ, ਏ ਵੀ ਵਾਊਲ ਸਾਊਂਡ ਹੈ, ਵਾਈ ਵੀ ਵਾਊਲ ਸਾਊਂਡ ਹੈ, ਤਾਂ ਆਪਾਂ ਇਹਨੂੰ ਈਜ਼ੀ ਬੋਲਾਂਗੇ, ਜ਼ ਦੀ ਆਵਾਜ਼ ਕੱਢਾਂਗੇ। ਹੁਣ ਲਾਸਟਲੀ ਆਪਣਾ ਜਿਹੜਾ ਰੂਲ ਹੈਗਾ ਜ਼ ਦੀ ਆਵਾਜ਼ ਰਿਲੇਟਡ ਉਹ ਮੈਂ ਤੁਹਾਨੂੰ ਦੱਸ ਦਿੰਦਾ। ਇਹਦੇ ਵਿੱਚ ਕੀ ਆ ਕਿ ਇਫ ਐਸ ਇਜ਼ ਰਿਟਨ ਇਨ ਦ ਮਿਡਲ ਆਫ ਦ ਵਰਡ ਐਂਡ ਫੋਲੋਡ ਬਾਏ URE, ਮਤਲਬ ਕਿਸੇ ਵਰਡ ਦੇ ਵਿਚਾਲੇ ਐਸ ਲਿਖੀ ਹੋਵੇ ਅਤੇ ਪਿੱਛੇ URE ਲਿਖਿਆ ਹੋਵੇ, ਮਤਲਬ SURE ਇਕੱਠੇ ਲਿਖੇ ਹੋਣ ਕਿਸੇ ਵਰਡ ਵਿੱਚ, ਤਾਂ ਆਪਾਂ ਜ਼ ਦੀ ਆਵਾਜ਼ ਕੱਢਦੇ ਹਾਂ। ਜਿਵੇਂ ਐਕਸਪੋਜ਼ਰ, ਐਕਸਪੋਜ਼ਰ। ਹੁਣ ਆਰ ਦੀ ਆਵਾਜ਼ ਮੈਂ ਫੇਰ ਨਹੀਂ ਬੋਲ ਰਿਹਾ ਕਿਉਂਕਿ ਆਰ ਦੀ ਆਵਾਜ਼ ਐਂਡ ਉੱਤੇ ਆ ਅਤੇ ਬ੍ਰਿਟਿਸ਼ ਇੰਗਲਿਸ਼ ਵਿੱਚ ਇਹ ਆਰ ਦੀ ਆਵਾਜ਼ ਨਹੀਂ ਬੋਲੀ ਜਾਂਦੀ, ਆਪਾਂ ਸਿੱਧਾ ਕਹਾਂਗੇ ਐਕਸਪੋਜ਼ਰ। ਉਸ ਤੋਂ ਬਾਅਦ ਲੈਜ਼ਰ, ਲੈਜ਼ਰ। ਆਰ ਦੀ ਆਵਾਜ਼ ਮੈਂ ਫੇਰ ਨਹੀਂ ਕੱਢ ਰਿਹਾ। ਜੇ ਤੁਸੀਂ ਲੈਜ਼ਰ ਕਹਿ ਰਹੇ ਹੋ ਤਾਂ ਵੀ ਸਹੀ ਹੈ, ਉਹ ਅਮਰੀਕਨ ਵਿੱਚ ਸਹੀ ਹੈ। ਹੁਣ SURE ਲਿਖਿਆ ਤਾਂ ਆਪਾਂ ਜ਼ ਦੀ ਆਵਾਜ਼ ਕੱਢ ਰਹੇ ਹਾਂ। ਉਸ ਤੋਂ ਬਾਅਦ ਮੈਜ਼ਰ, ਮੈਜ਼ਰ। ਬ੍ਰਿਟਿਸ਼ ਅਤੇ ਇੰਡੀਅਨ ਇੰਗਲਿਸ਼ ਵਿੱਚ ਆਪਾਂ ਮੈਜ਼ਰ ਬੋਲਾਂਗੇ, ਅਤੇ ਜਿਹੜੀ ਆਪਣੀ ਅਮਰੀਕਨ ਹੈਗੀ ਆ ਉਹਦੇ ਵਿੱਚ ਆਪਾਂ ਕੀ ਬੋਲਾਂਗੇ, ਮੈਜ਼ਰ, ਮੈਜ਼ਰ। ਰ ਬੋਲ ਸਕਦੇ ਹੋ ਤੁਸੀਂ। ਹੁਣ SURE ਲਿਖਿਆ ਹੋਇਆ ਹੈ ਇਹਨਾਂ ਤਿੰਨੇ ਵਰਡਸ ਵਿੱਚ, ਤਾਂ ਆਪਣੀ ਆਵਾਜ਼ ਕਿਹੜੀ ਆ ਰਹੀ ਹੈ, ਜ਼ ਦੀ ਆਵਾਜ਼ ਆ ਰਹੀ ਹੈ, ਅਤੇ ਉਹ ਆਪਾਂ ਬੋਲ ਰਹੇ ਹਾਂ।